1912 ਵਿੱਚ ਸਰਦਾਰ ਜਵਾਹਰ ਸਿੰਘ ਅਤੇ ਸਰਦਾਰ ਵਿਸਾਖਾ ਸਿੰਘ ਦੇ ਯਤਨਾਂ ਸਦਕਾ ਅਮਰੀਕਾ ਵਿੱਚ ਕੈਲੀਫੋਰਨੀਆ ਸਟਾਕਟਨ ਵਿਖੇ ਅਮਰੀਕਾ ਦੇ ਪਹਿਲੇ ਗੁਰਦੁਆਰੇ ਦੀ ਸਥਾਪਨਾ ਹੋਈ। ਗੁਰਦੁਆਰਿਆਂ ਵਿੱਚ ਸਭ ਜਾਤੀਆਂ ਤੇ ਧਰਮਾਂ ਦੇ ਲੋਕ ਇਕੱਠੇ ਹੁੰਦੇ ਅਤੇ ਭਾਰਤੀਆਂ ਨਾਲ ਹੋ ਰਹੀਆਂ ਅੰਗਰੇਜ਼ ਸਰਕਾਰ ਦੀਆਂ ਵਧੀਕੀਆਂ ਬਾਰੇ ਵਿਚਾਰਾਂ ਹੁੰਦੀਆਂ। ਇਸ ਗੁਰਦੁਆਰਾ ਸਿੱਖ ਟੈਂਪਲ ਵਿਖੇ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ ਨੇ ਆਜ਼ਾਦੀ ਦੇ ਸਾਂਝੇ ਮੋਰਚੇ ਲਈ ਜ਼ਮੀਨ ਨਿੱਘਰ ਕੀਤੀ। ਸੰਨ 1913 ਵਿੱਚ ਅਮਰੀਕਾ ਵਿੱਚ ਚਿਣਗੁੱਠੀ ਭਾਰਤ ਦੀ ਆਜ਼ਾਦੀ ਵਾਸਤੇ ਅਮਰੀਕਾ ਵਿੱਚ ਬਾਬਾ ਸੋਹਣ ਸਿੰਘ ਪਕਨਾ ਅਤੇ ਪੰਡਿਤ ਕਾਸ਼ੀ ਰਾਮ ਮੜੌਲੀ ਆਰਾ ਮਿਲਣਾ ਵਿੱਚ ਕੰਮ ਕਰਦੇ ਸਨ। ਬਰਕਲੇ ਯੂਨੀਵਰਸਿਟੀ ਵਿੱਚ ਲਾਲਾ ਹਰਦਿਆਲ ਪੜ੍ਹਾਉਂਦੇ ਸਨ ਤੇ ਕਰਤਾਰ ਸਿੰਘ ਸਰਾਭਾ ਵਿਦਿਆਰਥੀ ਸਨ। ਸਟਾਕਟਨ ਦੇ ਗੁਰਦੁਆਰੇ ਵਿੱਚ ਬਾਬਾ ਜਵਾਲਾ ਸਿੰਘ, ਭਾਈ ਵਿਸਾਖਾ ਸਿੰਘ ਤੇ ਭਾਈ ਸੰਤੋਖ ਸਿੰਘ ਆਜ਼ਾਦੀ ਲਹਿਰ ਲਈ ਸਰਗਰਮ ਸਨ। ਇਹਨਾਂ ਸਭਨਾਂ ਨੇ ਮਿਲ ਕੇ ਫੈਸਲਾ ਕੀਤਾ ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਵਾਇਆ ਜਾਵੇ। ਇਸ ਮੰਤਵ ਨੂੰ ਪੂਰਾ ਕਰਨ ਲਈ ਆਖਰ ਅਪ੍ਰੈਲ 1913 ਨੂੰ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਲਾਗੇ ਅਸਟੋਰੀਆ ਵਿਖੇ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਨਾਂ ਦੀ ਜਥੇਬੰਦੀ ਦੀ ਸਥਾਪਨਾ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਥਾਪੇ ਗਏ ਬਾਬਾ ਸੋਹਣ ਸਿੰਘ ਪਕਨਾ। ਮੀਤ ਪ੍ਰਧਾਨ ਬਣੇ ਭਾਈ ਕੇਸਰ ਸਿੰਘ ਠੱਠਗੜ੍ਹ। ਜਨਰਲ ਸਕੱਤਰ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਿਤ ਕਾਂਸ਼ੀ ਰਾਮ ਮੜੌਲੀ। ਇਹ ਜਥੇਬੰਦੀ ਬਾਅਦ ਵਿੱਚ ਹਿੰਦੁਸਤਾਨ ਗਦਰ ਪਾਰਟੀ ਦੇ ਨਾਂ ਨਾਲ ਮਸ਼ਹੂਰ ਹੋਈ। ਜਦੋਂ ਸਾਡੇ ਦੇਸ਼ ਦੀ ਵੱਡੀ ਪਾਰਟੀ ਕਾਂਗਰਸ ਜਿਹੜੀ ਸੀ ਉਹਦੇ ਏਜੰਡੇ ਉੱਤੇ ਮੁਕੰਮਲ ਆਜ਼ਾਦੀ ਦਾ ਕਿਧਰੇ ਨਾਂ ਨਿਸ਼ਾਨ ਵੀ ਨਹੀਂ ਸੀ ਔਰ ਉਹ ਅੰਗਰੇਜ਼ਾਂ ਕੋਲੋਂ ਹੋਮ ਰੂਲ ਲੈਣ ਵਾਸਤੇ ਉਹਨਾਂ ਦੇ ਤਰਲੇ ਕਰਦੇ ਫਿਰਦੇ ਸਨ ਔਰ ਅੰਗਰੇਜ਼ਾਂ ਦੀ ਪਹਿਲੀ ਵੱਡੀ ਜੰਗ ਵਿੱਚ ਮਦਦ ਕਰਦੇ ਪਏ ਸਨ। ਉਸ ਵੇਲੇ ਮੁਕੰਮਲ ਆਜ਼ਾਦੀ ਦਾ ਮਨਸ਼ਾ ਲੈ ਕੇ ਆਪਣੇ ਲੋਕਾਂ ਨੂੰ, ਫੌਜਾਂ ਨੂੰ, ਵਿਦਿਆਰਥੀਆਂ ਨੂੰ ਨਾਲ ਜੋੜ ਕੇ ਹਥਿਆਰਬੰਦ ਇਨਕਲਾਬ ਦੇ ਰਾਹੀਂ ਗੈਰ ਫਿਰਕੂ ਜਮਹੂਰੀ ਕਿਸਮ ਦਾ ਜਿਹੜਾ ਪੰਚਾਇਤੀ ਰਾਜ ਸੀ ਉਹ ਨਿਸ਼ਾਨਾ ਮਿੱਥ ਕੇ ਗਦਰ ਪਾਰਟੀ ਦੇ ਕਾਰਕੁਨ ਜਿਹੜੇ ਸਨ ਉਹ ਦੇਸ਼ ਵਿੱਚ ਪਹੁੰਚੇ। ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਜਥੇਬੰਦੀ ਵੱਲੋਂ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਵਿਖੇ ਗਦਰ ਪਾਰਟੀ ਦਾ ਮੁੱਖ ਦਫ਼ਤਰ ਸਥਾਪਿਤ ਕੀਤਾ ਗਿਆ, ਜਿਸ ਦਾ ਨਾਮ ਰੱਖਿਆ ਗਿਆ ਯੁਗਾਂਤਰ ਆਸ਼ਰਮ। ਸ਼ੁਰੂ ਵਿੱਚ ਇੱਕ ਮਕਾਨ ਕਿਰਾਏ ਤੇ ਲੈ ਕੇ ਗਦਰ ਪਾਰਟੀ ਦਾ ਕੇਂਦਰੀ ਦਫ਼ਤਰ 436 ਹਿਲ ਸਟਰੀਟ ਸਾਨ ਫਰਾਂਸਿਸਕੋ ਵਿੱਚ ਬਣਾਇਆ ਗਿਆ। ਫਿਰ ਇਹ ਦਫ਼ਤਰ ਹੈੱਡਕੁਆਰਟਰ 5 ਵੁੱਡ ਸਟਰੀਟ ਸਾਨ ਫਰਾਂਸਿਸਕੋ ਚਲਾ ਗਿਆ। ਲਾਲਾ ਹਰਦਿਆਲ ਹੈੱਡਕੁਆਰਟਰ ਦੇ ਇੰਚਾਰਜ ਥਾਪੇ ਗਏ। ਅਮਰੀਕਾ ਕੈਨੇਡਾ ਵਿੱਚ ਭਾਰਤੀ ਮਜ਼ਦੂਰਾਂ ਲਈ ਇਹ ਟਿਕਾਣਾ ਬਣ ਗਿਆ। It's very interesting to know that this Ghadar movement was the first movement which started on a foreign soil for the liberation of India. This was a very popular movement and started way back in 1913, and it was a secular movement. We had Hindus, Muslims, Sikhs, and every other community and the religion participating in this. And the whole thing started in Canada as well as in California, here in Berkeley. ਯੁਗਾਂਤਰ ਆਸ਼ਰਮ ਗਦਰ ਲਹਿਰ ਦੀ ਮਜ਼ਬੂਤ ਨੀਂਹ ਬਣਿਆ ਤੇ ਇਸ ਮਜ਼ਬੂਤ ਨੀਂਹ ਅੰਦਰ ਅੱਖਰਾਂ, ਸ਼ਬਦਾਂ ਤੇ ਸੋਚਾਂ ਦੇ ਮਜ਼ਬੂਤ ਇਰਾਦੇ ਰੱਖੇ ਗਏ। ਫੈਸਲਾ ਕੀਤਾ ਗਿਆ ਕਿ ਦੱਬੇ ਕੁਚਲੇ ਭਾਰਤੀਆਂ ਦੇ ਜਜ਼ਬੇ ਲੋਕਾਂ ਤੱਕ ਪਹੁੰਚਾਏ ਜਾਣ ਤੇ ਇਸ ਮਹੱਤਵਪੂਰਨ ਕੰਮ ਲਈ ਪਰਚਾ ਕੱਢਿਆ ਜਾਵੇ। ਗਦਰ ਤੇ ਇਉਂ 1 ਨਵੰਬਰ 1913 ਨੂੰ ਗਦਰ ਅਖਬਾਰ ਦਾ ਪਹਿਲਾ ਅੰਕ ਪ੍ਰਕਾਸ਼ਿਤ ਕੀਤਾ ਗਿਆ। ਪਰਚਾ ਪਹਿਲਾਂ ਉਰਦੂ ਵਿੱਚ, ਫਿਰ ਪੰਜਾਬੀ ਵਿੱਚ ਅਤੇ ਬਾਅਦ ਵਿੱਚ ਬੰਗਾਲੀ, ਗੁਜਰਾਤੀ ਤੇ ਹਿੰਦੀ ਭਾਸ਼ਾਵਾਂ ਵਿੱਚ ਵੀ ਨਿਕਲਣ ਲੱਗਿਆ। ਪਰਚੇ ਦੇ ਸੰਪਾਦਕ ਸਨ ਲਾਲਾ ਹਰਦਿਆਲ ਤੇ ਪਰਚੇ ਦੀ ਰੂਹ ਰਵਾਂ ਸੀ ਕਰਤਾਰ ਸਿੰਘ ਸਰਾਭਾ। ਦੋਵੇਂ ਹੱਥ ਨਾਲ ਚੱਲਣ ਵਾਲੀ ਮਸ਼ੀਨ ਨਾਲ ਪਰਚਾ ਛਾਪਦੇ, ਲੇਖ ਲਿਖਦੇ, ਅਨੁਵਾਦ ਕਰਦੇ ਤੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਆਜ਼ਾਦ ਸੋਚਾਂ ਦਾ ਛੱਟਾ ਦਿੰਦੇ, ਜਿਸ ਨਾਲ ਆਜ਼ਾਦੀ ਦੇ ਫੁੱਲ ਖਿੜ ਸਕਣ। ਪਹਿਲਾ ਇਸ਼ੂ ਜਿਹੜਾ ਸੀਗਾ ਉਹ ਉਹਨਾਂ ਨੇ ਉਰਦੂ 'ਚ ਕੱਢਿਆ। ਉਸ ਤੋਂ ਬਾਅਦ ਫਿਰ ਪੰਜਾਬੀ ਦਾ ਇਸ਼ੂ ਉਹ ਲਗਾਤਾਰ ਛਪਦਾ ਰਿਹਾ, ਲੇਕਿਨ ਗਾਹੇ ਵਗਾਹੇ ਗੁਜਰਾਤੀ ਔਰ ਉਰਦੂ ਦੇ ਵਿੱਚ
ਪਿਛਲੇ ਅੰਕਾਂ 'ਚੋਂ ਮੁੱਖ ਲੇਖ ਕੱਢ ਕੇ ਜਾਂ ਮੁੱਖ ਕਵਿਤਾਵਾਂ ਕੱਢ ਕੇ ਛਾਪੀਆਂ ਜਾਂਦੀਆਂ ਸੀਗੀਆਂ। ਉਹ ਖੈਰ ਇੱਥੇ ਤਾਂ ਵੰਡਿਆ ਜਾਂਦਾ ਹੀ ਸੀਗਾ ਸਾਰੇ ਨਾਰਥ ਅਮਰੀਕਾ ਦੇ ਵਿੱਚ, ਲੇਕਿਨ ਸਾਊਥ ਈਸਟ ਏਸ਼ੀਆ ਵਿੱਚ ਜਿੱਦਾਂ ਈਵਨ ਚਾਈਨਾ ਤੱਕ ਵੀ ਉਹਨਾਂ ਨੇ ਉਹਦੀ ਕੋਸ਼ਿਸ਼ ਕੀਤੀ ਕਿ ਉਹ ਵੰਡਿਆ ਜਾਵੇ। ਅਰਜਨਟੀਨਾ ਹੋਇਆ ਜਾਂ ਹਾਂਗਕਾਂਗ ਹੋਇਆ, ਜਿੱਥੇ ਜਿੱਥੇ ਵੀ ਜਾਪਾਨ ਹੋਇਆ, ਜਿੱਥੇ ਜਿੱਥੇ ਵੀ ਸਾਡੇ ਕੁਝ ਬੰਦੇ ਬੈਠੇ ਸੀ ਉੱਥੇ ਤੱਕ ਉਸ ਪਰਚੇ ਦੀ ਪਹੁੰਚ ਸੀਗੀ। ਜਿਹੜਾ ਪਰਚਿਆਂ ਨੇ ਇੱਕ ਕਿਸਮ ਦੀ ਜਿਹੜੀ ਸੋਚ ਸੀਗੀ ਨਾ ਉਹਨਾਂ ਗਦਰੀ ਬਾਬਿਆਂ ਦੀ, ਉਹ ਉਹਨਾਂ ਨੂੰ ਵੰਡਿਆ। ਉਹ ਇੱਕ ਸੋਚ ਦੇ ਜਿਹੜੀ ਹੈ ਕੋਈ ਉਹ ਸੋਚ ਦੀ ਸਾਂਝ ਵਿੱਚ ਇਹ ਬੰਦੇ ਸਾਰੇ ਵੱਜੇ, ਹਾਲਾਂਕਿ ਦੂਸਰੇ ਮੁਲਕਾਂ 'ਚ ਬੈਠੇ ਸੀ, ਪਨਾਮਾ 'ਚ ਬੈਠੇ ਸੀਗੇ, ਜਾਪਾਨ 'ਚ ਬੈਠੇ ਸੀਗੇ। ਉਹ ਪਰਚੇ ਦੇ ਰਾਹੀਂ ਇਹ ਸੋਚ ਜਿਹੜੀ ਸੀਗੀ ਉਹਨਾਂ ਨੇ ਇਹ ਪ੍ਰਫੁੱਲਤ ਹੋਈ ਔਰ ਇਹ ਵਧੀ ਫੁੱਲੀ। ਇਸੇ ਕਰਕੇ ਜੋ ਕੁਛ ਉਹਨਾਂ ਦੇ ਅਕਸ਼ਰ ਉੱਥੇ ਜਾ ਕੇ ਕੀਤਾ, ਹਿੰਦੁਸਤਾਨ ਵਾਪਸ ਜਾ ਕੇ, ਉਹ ਜਿੱਥੋਂ ਵੀ ਲੋਕ ਗਏ ਉਹਨਾਂ ਦਾ ਜਿਹੜਾ ਸੀਗਾ ਉਹ ਪਿਛੋਕੜ ਜਿਹੜਾ ਸੀਗਾ ਉਹ ਉਸ ਪਰਚੇ ਕਰਕੇ ਇੱਕੋ ਸੀਗਾ ਕਿ ਅਸੀਂ ਆਪਣੇ ਹਿੰਦੁਸਤਾਨ ਨੂੰ ਬ੍ਰਿਟਿਸ਼ ਰੂਲ ਤੋਂ ਆਜ਼ਾਦ ਕਰਾਉਣਾ ਹੈ। ਗਦਰ ਦੇ ਪਹਿਲੇ ਪਰਚੇ ਵਿੱਚ ਹੀ ਅੰਗਰੇਜ਼ ਸਾਮਰਾਜ ਵਿਰੁੱਧ ਜੰਗ ਦਾ ਐਲਾਨ ਕੀਤਾ ਗਿਆ। ਗਦਰ ਅਖਬਾਰ ਨੇ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਅੰਦਰ ਦੇਸ਼ ਭਗਤੀ ਦੇ ਜਜ਼ਬੇ ਠਾਠਾ ਮਾਰਨ ਲਾ ਦਿੱਤੇ। ਬਾਬਾ ਸੋਹਣ ਸਿੰਘ ਪਕਨਾ ਨੇ ਖੁਸ਼ੀ ਵਿੱਚ ਕਿਹਾ, ਗਦਰੀਆਂ ਦੀ ਕਾਮਯਾਬੀ ਦੀ ਇਹ ਪਹਿਲੀ ਪੌੜੀ ਹੈ। ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਦਾ ਜੋਸ਼ ਗਦਰ ਅਖਬਾਰ ਨੇ ਲੋਕਾਂ ਦੇ ਲਹੂ ਅੰਦਰ ਦੌੜਨ ਲਾ ਦਿੱਤਾ। ਗਦਰ ਦਾ ਹਰ ਅੰਕ ਸਿਰਫ 8 ਸਫ਼ੇ ਦਾ ਹੁੰਦਾ ਸੀ ਤੇ ਮੁਫਤ ਵੰਡਿਆ ਜਾਂਦਾ ਸੀ। ਗਦਰ ਦੁਨੀਆ ਭਰ ਦੇ ਭਾਰਤੀਆਂ ਵਿੱਚ ਹਰਮਨ ਪਿਆਰਾ ਹੋ ਗਿਆ। ਆਜ਼ਾਦੀ ਦਾ ਬੁਲੰਦ ਪੈਗਾਮ। ਜਿਹੜੀ ਇਹ ਕਵਿਤਾ ਹੈ ਨਾ, ਗਦਰ ਮੂਵਮੈਂਟ ਦੀ ਕਵਿਤਾ, ਇਹ ਅਸਲ ਵਿੱਚ ਸਾਡੀ ਉਸ ਪਰੰਪਰਾ ਨਾਲ ਜੁੜਦੀ ਹੈ, ਕਵੀਸ਼ਰੀ ਦੀ ਪਰੰਪਰਾ ਨਾਲ ਔਰ ਢਾਡੀ ਪ੍ਰਸੰਗਾਂ ਦੀ ਕਵਿਤਾ ਨਾਲ। ਜਦੋਂ ਇਹ ਕਵਿਤਾ ਸਿੱਧੀ ਡਾਇਰੈਕਟ ਲੋਕਾਂ ਤੱਕ ਜਾਂਦੀ ਸੀ, ਲੋਕਾਂ ਨੂੰ ਇਹ ਜੁੰਬਸ਼ ਲੈ ਕੇ ਆਉਂਦੀ ਸੀ, ਲੋਕਾਂ ਵਿੱਚ ਜਜ਼ਬਾ ਪੈਦਾ ਕਰਦੀ ਸੀ ਔਰ ਲੋਕੀ ਕਈ ਵਾਰੀ ਉੱਠ ਕੇ ਨਾਅਰੇ ਮਾਰਨ ਲੱਗ ਜਾਂਦੇ ਸੀ ਜਦੋਂ ਇਹ ਕਵਿਤਾ ਸੁਣਦੀ, ਕਿਉਂਕਿ ਸੈਂਕੜੇ ਲੋਕਾਂ ਦਾ, ਹਜ਼ਾਰਾਂ ਲੋਕਾਂ ਦਾ ਹਜੂਮ ਇਕੱਠਾ ਹੁੰਦਾ ਸੀ ਆਲੇ ਦੁਆਲੇ। ਸੋ ਇਸ ਕਵਿਤਾ ਵਿੱਚ ਉਹ ਜਜ਼ਬਾ ਪੈਦਾ ਕਰਨ ਦੀ ਤਾਕਤ ਹੈ ਜਿਹੜੀ ਕਿ ਢਾਡੀ ਪ੍ਰਸੰਗਾਂ ਦੇ ਵਿੱਚ ਹੋਇਆ ਕਰਦੀ ਸੀ। ਗਦਰ ਪਰਚਾ ਆਜ਼ਾਦੀ ਦੇ ਪਰਵਾਨਿਆਂ ਦਾ ਸੰਦੇਸ਼ ਵਾਹਕ ਬਣ ਗਿਆ। ਇਸ ਵਿੱਚ ਕੌਮੀ ਅਣਖ ਨੂੰ ਜਗਾਉਣ ਵਾਲੀਆਂ ਕਵਿਤਾਵਾਂ ਗਦਰ ਦੀ ਗੂੰਜ ਬਣ ਕੇ ਲੋਕਾਂ ਤੱਕ ਪੁੱਜਣ ਲੱਗੀਆਂ। ਜਿਹੜੀ ਗਦਰ ਲਹਿਰ ਦੀ ਕਵਿਤਾ ਹੈ ਉਹਦੇ ਨਾਲ ਪੰਜਾਬੀ ਕਵਿਤਾ ਦੇ ਵਿੱਚ ਹੀ ਨਹੀਂ, ਮੈਂ ਕਹਿੰਦਾ ਕਿ ਹਿੰਦੁਸਤਾਨ ਦੀ ਜਿਹੜੀ ਕਵਿਤਾ ਹੈ, ਆਮ ਲੋਕਾਂ ਦੀ ਜਿਹੜੀ ਕਵਿਤਾ ਹੈ, ਉਹਨੂੰ ਇੱਕ ਬਹੁਤ ਵੱਡਾ ਆਯਾਮ ਮਿਲਿਆ, ਬਹੁਤ ਵੱਡਾ ਉਹਦੇ ਵਿੱਚ ਇੱਕ ਡਾਇਮੈਂਸ਼ਨ, ਇੱਕ ਬਾਰਾ ਖੁੱਲਿਆ, ਜਿਹਨੂੰ ਆਪਾਂ ਸਹੀ ਲਫ਼ਜ਼ਾਂ ਦੇ ਵਿੱਚ ਕਹੀਏ ਕਿ ਪੰਜਾਬੀ ਦੇ ਵਿੱਚ ਖਾਸ ਕਰਕੇ ਇਹ ਮਾਡਰਨ ਕਵਿਤਾ ਦੀ ਜਿਹੜੀ ਇੱਕ ਸ਼ੁਰੂਆਤ ਹੈ ਬਹੁਤ ਵੱਡੇ ਪੱਧਰ ਦੇ ਉੱਤੇ, ਜਿਹੜਾ ਕਿ ਇਸ ਤਰ੍ਹਾਂ ਦਾ ਸੰਕਲਪ ਜਿਹੜਾ ਉਹ ਆਦਿ ਕਵਿਤਾ ਤੋਂ ਲੈ ਕੇ ਸਾਰਾ ਜਿਹੜਾ 1900 ਤੱਕ ਇਹਦਾ ਅਭਾਵ ਸੀਗਾ। ਔਰ ਇਹ ਇੱਕ ਬਹੁਤ ਬੜੀ ਮੈਨੂੰ ਲੱਗਦੀ ਹੈ ਕਿ ਇਸ ਲਹਿਰ ਦੇ ਨਾਲ ਜਿਹੜੀ ਇਹ ਕੰਟਰੀਬਿਊਸ਼ਨ ਹੈ ਖਾਸ ਕਰਕੇ ਸਾਹਿਤ ਦੇ ਵਿੱਚ ਔਰ ਪੰਜਾਬੀ ਕਵਿਤਾ ਦੇ ਵਿੱਚ, ਇਹ ਬਹੁਤ ਹੀ ਵਿਲੱਖਣ ਔਰ ਮਹਾਨ ਹੈ। 23 ਮਈ 1896 ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਪੈਦਾ ਹੋਈ ਕਰਤਾਰ ਸਿੰਘ ਸਰਾਭਾ ਨੇ 31 ਜੁਲਾਈ 1912 ਨੂੰ ਉੱਚ ਵਿੱਦਿਆ ਹਾਸਲ ਕਰਨ ਲਈ ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਵਿੱਚ ਦਾਖਲਾ ਲੈ ਲਿਆ। ਬਰਕਲੇ ਯੂਨੀਵਰਸਿਟੀ ਅਮਰੀਕਾ ਵਿੱਚ ਹੀ ਲਾਲਾ ਹਰਦਿਆਲ ਤੇ ਭਾਈ ਪਰਮਾਨੰਦ ਦਾ ਸਾਥ ਹਾਸਲ ਹੋਇਆ। ਲਾਲਾ ਹਰਦਿਆਲ ਨੇ ਵਿਦਿਆਰਥੀਆਂ ਦੀ ਇੱਕ ਮੀਟਿੰਗ ਵਿੱਚ ਕਿਹਾ, ਡਾਕਟਰ, ਕਲੈਕਟਰ, ਇੰਜੀਨੀਅਰ ਜਾਂ ਬੈਰਿਸਟਰ ਤਾਂ ਕੋਈ ਵੀ ਬਣ ਸਕਦਾ ਹੈ, ਪਰੰਤੂ ਅੱਜ ਭਾਰਤ ਨੂੰ ਆਜ਼ਾਦੀ ਲਈ ਬਹਾਦਰ ਯੋਧਿਆਂ ਦੀ ਲੋੜ ਹੈ। ਬਰਤਾਨਵੀ ਹਕੂਮਤ ਦੇ ਗੁਲਾਮ ਬਣੇ ਰਹਿਣ ਨਾਲੋਂ ਤਾਂ ਆਜ਼ਾਦੀ ਖਾਤਰ ਆਈ ਮੌਤ 100 ਦਰਜੇ ਚੰਗੀ ਹੈ। ਪਰ ਅਜਿਹੇ ਦ੍ਰਿੜ ਵਿਸ਼ਵਾਸ ਵਾਲੇ ਲਾਲਾ ਹਰਦਿਆਲ ਨੂੰ ਅਮਰੀਕਾ ਸਰਕਾਰ ਤੇ ਇੰਗਲੈਂਡ ਦੇ ਦਬਾਅ ਕਾਰਨ ਅਮਰੀਕਾ ਚੋਂ ਜਲਾਵਤਨ ਕਰ ਦਿੱਤਾ ਗਿਆ। ਉਹਨਾਂ ਦੀ ਥਾਂ ਤੇ ਭਾਈ ਸੰਤੋਖ ਸਿੰਘ ਨੂੰ ਪਾਰਟੀ ਦਾ ਜਨਰਲ ਸਕੱਤਰ ਥਾਪਿਆ ਗਿਆ। ਭਾਈ ਸੰਤੋਖ ਸਿੰਘ ਨੇ ਯੁਗਾਂਤਰ ਆਸ਼ਰਮ ਤੇ ਗਦਰ ਜਥੇਬੰਦੀ ਦਾ ਕੰਟਰੋਲ ਸੰਭਾਲਿਆ। ਜਾਪਾਨ ਤੋਂ ਮੌਲਵੀ ਬਰਕਤੁੱਲਾ ਅਤੇ ਭਾਈ ਭਗਵਾਨ ਸਿੰਘ ਫਿਲੀਪਾਈਨਸ ਤੋਂ ਆ ਕੇ ਯੁਗਾਂਤਰ ਆਸ਼ਰਮ ਵਿੱਚ ਕੰਮ ਕਰਨ ਲੱਗੇ। ਇਸ ਤੋਂ ਇਲਾਵਾ ਦੇਸ਼ ਆਜ਼ਾਦੀ ਦੀ ਕਦਰ ਲਹਿਰ ਨੂੰ ਮਗਾਉਣ ਵਾਲੇ ਸੋਹਣ ਪਾਠਕ, ਪੰਡਿਤ ਕਾਂਸ਼ੀ ਰਾਮ, ਹਰਨਾਮ ਸਿੰਘ ਟੁੰਡੀਲਾਟ, ਹਰਨਾਮ ਸਿੰਘ ਸਾਹਰੀ ਤੇ ਰਾਮਚੰਦ ਵਰਗੇ ਗਦਰੀ ਸਪੂਤ ਅਖਬਾਰ ਅਤੇ ਗਦਰ ਲਹਿਰ ਲਈ
ਪੂਰਾ ਸਮਾਂ ਕੰਮ ਕਰਦੇ ਰਹੇ। ਇਹ ਗੱਲ ਠੀਕ ਹੈ ਕਿ ਦੇਸ਼ ਆਜ਼ਾਦੀ ਲਈ ਰਾਜਸੀ ਪ੍ਰਚਾਰ ਭਾਵੇਂ ਕੈਲੀਫੋਰਨੀਆ ਤੋਂ ਚੱਲਿਆ, ਪਰ ਆਪਣੇ ਹੱਕਾਂ ਲਈ ਬਾਕਾਇਦਾ ਸੰਘਰਸ਼ ਦੀ ਲਹਿਰ ਕੈਨੇਡਾ ਤੋਂ ਸ਼ੁਰੂ ਹੋਈ। ਸੰਨ 1908 ਤੱਕ ਵਿਕਟੋਰੀਆ ਤੇ ਵੈਨਕੂਵਰ ਦੀਆਂ ਲੱਕੜ ਮਿੱਲਾਂ ਅਤੇ ਖੇਤਾਂ ਤੇ ਬਾਗਾਂ ਵਿੱਚ ਕੰਮ ਕਰਨ ਵਾਲੇ ਭਾਰਤੀ ਕਾਮਿਆਂ ਦੀ ਗਿਣਤੀ 2600 ਤੋਂ ਉੱਪਰ ਹੋ ਗਈ। ਨਸਲੀ ਵਿਤਕਰੇ ਦੀ ਅੱਗ ਤੇਜ਼ ਹੋ ਗਈ ਤੇ ਕੈਨੇਡੀਅਨ ਸਰਕਾਰ ਨੇ ਭਾਰਤੀ ਮਜ਼ਦੂਰਾਂ ਦੇ ਕੈਨੇਡਾ ਆਉਣ ਤੇ ਪਾਬੰਦੀ ਲਗਾ ਦਿੱਤੀ। ਵਿਦਰੋਹ ਦੀ ਜਵਾਲਾ ਭਖਣ ਲੱਗੀ ਤੇ ਇਸ ਬਲਦੀ ਤੇ ਤੇਲ ਦਾ ਕੰਮ ਕੀਤਾ ਕਾਮਾਗਾਟਾ ਮਾਰੂ ਕਾਂਡ ਨੇ। 9 ਮਈ 1910 ਨੂੰ ਭਾਰਤੀਆਂ ਦਾ ਕੈਨੇਡਾ ਵਿੱਚ ਦਾਖਲਾ ਬੰਦ ਕਰਨ ਲਈ ਕੈਨੇਡਾ ਸਰਕਾਰ ਵੱਲੋਂ ਇੱਕ ਕਾਨੂੰਨ ਪਾਸ ਕੀਤਾ ਗਿਆ। ਨਵੇਂ ਕਾਨੂੰਨ ਅਨੁਸਾਰ ਸਿੱਧਾ ਆਪਣੇ ਮੁਲਕ ਤੋਂ ਜਹਾਜ਼ ਵਿੱਚ ਆਉਣਾ ਜ਼ਰੂਰੀ ਬਣਾ ਦਿੱਤਾ ਗਿਆ। ਗੁਰਦਿੱਤ ਸਿੰਘ ਸਰਹਾਲੀ ਨੇ ਭਾਰਤੀ ਮਜ਼ਦੂਰਾਂ ਲਈ ਭਾਰਤ ਤੋਂ ਸਿੱਧਾ ਕੈਨੇਡਾ ਆਉਣ ਵਾਸਤੇ ਆਪਣੀ ਕੰਪਨੀ ਗੁਰੂ ਨਾਨਕ ਜਹਾਜ਼ ਵੱਲੋਂ ਵਪਾਰਕ ਮਕਸਦ ਨਾਲ ਇੱਕ ਜਹਾਜ਼ ਜਾਪਾਨੀ ਕੰਪਨੀ ਤੋਂ ਕਿਰਾਏ ਤੇ ਲਿਆ। ਜਹਾਜ਼ ਦਾ ਨਾਮ ਸੀ ਕਾਮਾਗਾਟਾ ਮਾਰੂ। 4 ਅਪ੍ਰੈਲ 1914 ਨੂੰ ਇਹ ਇਤਿਹਾਸਕ ਜਹਾਜ਼ ਹਾਂਗਕਾਂਗ ਤੋਂ 376 ਮੁਸਾਫਰ ਲੈ ਕੇ ਕੈਨੇਡਾ ਵੱਲ ਚੱਲ ਪਿਆ। 26 ਮਈ 1914 ਨੂੰ ਭਾਰਤੀ ਮਜ਼ਦੂਰਾਂ ਨਾਲ ਭਰਿਆ ਇਹ ਕਾਮਾਗਾਟਾ ਮਾਰੂ ਜਹਾਜ਼ ਵਿਕਟੋਰੀਆ ਕੈਨੇਡਾ ਹੁੰਦਾ ਹੋਇਆ ਵੈਨਕੂਵਰ ਘਾਟ ਤੇ ਪਹੁੰਚਿਆ। ਕੈਨੇਡਾ ਸਰਕਾਰ ਵੱਲੋਂ ਇਸ ਜਹਾਜ਼ ਨੂੰ ਸਮੁੰਦਰ ਵਿੱਚ ਹੀ ਰੋਕ ਦਿੱਤਾ ਗਿਆ ਅਤੇ ਕੰਢੇ ਨਹੀਂ ਲੱਗਣ ਦਿੱਤਾ ਗਿਆ। ਇਹ ਥਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰਮੁੱਖ ਸ਼ਹਿਰ ਵੈਨਕੂਵਰ ਦੀ ਬੰਦਰਗਾਹ ਦਾ ਇਲਾਕਾ ਤੇ ਸਥਾਨਕ ਤੌਰ ਤੇ ਇਸ ਇਲਾਕੇ ਨੂੰ ਵਾਟਰਫਰੰਟ ਦੇ ਨਾਂ ਨਾਲ ਜਾਣਿਆ ਜਾਂਦਾ। ਇੱਥੋਂ ਹੀ 2 ਕਿਲੋਮੀਟਰ ਦੀ ਵਿੱਥ ਤੇ ਕਾਮਾਗਾਟਾ ਮਾਰੂ ਜਹਾਜ਼ ਆਇਆ ਸੀ। ਉਹਨਾਂ ਮੁਸਾਫਰਾਂ ਨੂੰ ਜਹਾਜ਼ ਦੇ ਸਮੇਤ ਇੱਥੋਂ 2 ਕਿਲੋਮੀਟਰ ਦੀ ਵਿੱਥ ਤੇ ਮੱਲੋ-ਮੱਲੀ ਬੰਨ੍ਹ ਕੇ ਰੱਖਿਆ ਤੇ ਅਖੀਰ ਦੇ ਵਿੱਚ ਇੱਕ ਸੀ ਲਾਇਨ ਨਾਂ ਦੀ ਕਿਸ਼ਤੀ ਨੇ ਉਹਨਾਂ ਨੂੰ ਜਾ ਕੇ ਘੇਰਾ ਪਾ ਲਿਆ। ਇੱਕ ਤਰ੍ਹਾਂ ਦੇ ਨਾਲ ਉਹਨਾਂ ਤੇ ਗੋਲੀਬਾਰੀ ਵੀ ਹੋਈ, ਕਈ ਕਿਸਮ ਦੀ ਹਿੰਸਾ ਹੋਈ ਤੇ ਅੱਗੇ ਬੈਠੇ ਮੁਸਾਫਰਾਂ ਨੇ ਉਹਨਾਂ ਦੇ ਹੱਥ ਵਿੱਚ ਜੋ ਕੁਝ ਵੀ ਟੁੱਟਾ ਭੱਜਾ ਸਮਾਨ ਆਉਂਦਾ ਸੀ ਜਾਂ ਜਹਾਜ਼ ਦੇ ਬਾਲਣ ਲਈ ਰੱਖਿਓ ਕੋਲੇ ਸੇ ਰੱਖਿਓ, ਉਹਨਾਂ ਕੋਲਿਆਂ ਦੇ ਨਾਲ ਸੀ ਲਾਇਨ ਦੇ ਉੱਤੇ ਹਮਲਾ ਕੀਤਾ। ਜਿਹੜੀਆਂ ਨਾਇਨਸਾਫੀਆਂ ਨੇ ਗਦਰ ਲਹਿਰ ਨੂੰ ਉੱਤਰੀ ਅਮਰੀਕਾ ਦੇ ਵਿੱਚੋਂ ਪੈਦਾ ਕੀਤਾ, ਉਹਨਾਂ ਵਿੱਚੋਂ ਸਭ ਤੋਂ ਵੱਡੀ ਨਾਇਨਸਾਫੀ ਇਹਨਾਂ ਜਹਾਜ਼ ਦੇ ਇਹਨਾਂ ਮੁਸਾਫਰਾਂ ਨਾਲ ਬਦਸਲੂਕੀ ਸੀ, ਜਿਸ ਬਦਸਲੂਕੀ ਨੂੰ ਦੂਰ ਕਰਨ ਲਈ ਉੱਤਰੀ अमेरिका ਵਿੱਚ गदर पार्टी की बुनियाद रखी गई। लैंडेड इमिग्रेंट की बात चलती है कामागाटा मारू से, क्योंकि आप अंदर आ सकते हैं कनाडा के टेरिटोरियल में, कनाडा के टेरिटरी में आ गए, आप पानी में बैठे हुए हैं जहाज़ में, मगर लैंडिंग नहीं हुई। तो ये अनलैंडेड इमिग्रेंट्स थे। तो अपना जो इतिहास है साउथ एशियंस का, वो यही टर्म में फंसा हुआ है। तो ये काफ़ी मतलब स्पेशल चीज़ है साउथ एशियंस के लिए कि जो लैंडेड इमिग्रेंट हैं, हम लोग लैंडेड आज हैं, ये मैं मानता हूँ कि हम लोग लैंडेड आज हैं क्योंकि 1914 में कामागाटा मारू जहाज़ में जो बैठे हुए थे वो अनलैंडेड रहे। ਇਸ ਤੋਂ ਬਾਅਦ ਕਿਸੇ ਮੁਸਾਫਰ ਨੂੰ ਜਹਾਜ਼ ਤੋਂ ਉਤਰਨ ਨਾ ਦਿੱਤਾ ਗਿਆ। ਰਸਤੇ ਵਿੱਚ ਜਹਾਜ਼ ਵਿੱਚ ਪਿਆ ਬਾਬਾ ਪਕੜਾ ਵੱਲੋਂ ਦਿੱਤਾ ਅਸਲਾ ਤੇ ਹੋਰ ਗਦਰੀ ਸਾਹਿਤ ਬਾਬਾ ਗੁਰਦਿੱਤ ਸਿੰਘ ਨੇ ਇਹਤਿਆਤ ਵਜੋਂ ਬਾਹਰ ਸੁੱਟਵਾ ਦਿੱਤਾ। 26 ਸਤੰਬਰ 1914 ਨੂੰ ਜਹਾਜ਼ ਡਾਇਮੰਡ ਬੰਦਰਗਾਹ ਤੇ ਪੁੱਜਾ। ਸਾਰੇ ਜਹਾਜ਼ ਦੀ ਤਲਾਸ਼ੀ ਲਈ ਗਈ, ਕੁਝ ਵੀ ਇਤਰਾਜ਼ਯੋਗ ਨਾ ਮਿਲਿਆ। ਇੱਥੋਂ 17 ਮੁਸਲਮਾਨ ਮੁਸਾਫਰ ਉਤਰ ਕੇ ਸਪੈਸ਼ਲ ਟ੍ਰੇਨ ਵਿੱਚ ਚਲੇ ਗਏ। 29 ਸਤੰਬਰ ਨੂੰ ਜਹਾਜ਼ ਕਲਕੱਤੇ ਬਚ ਘਾਟ ਤੇ ਆਉਣ ਲੱਗਾ। ਮੁਸਾਫਰਾਂ ਨਾਲ ਝੜਪ ਹੋਣ ਪਿੱਛੋਂ ਪੁਲਿਸ ਨੇ ਗੋਲੀ ਚਲਾਈ। 19 ਮੁਸਾਫਰ ਮਾਰੇ ਗਏ, 96 ਮੁਸਾਫਰ ਜੇਲ੍ਹ ਭੇਜ ਦਿੱਤੇ ਗਏ, ਜਿਨ੍ਹਾਂ ਵਿੱਚੋਂ 33 ਮੁਸਾਫਰਾਂ ਨੂੰ ਛੱਡ ਕੇ ਬਾਕੀਆਂ ਨੂੰ ਰਿਹਾ ਕਰ ਦਿੱਤਾ ਗਿਆ। ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨਾਲ ਹੋਈ ਇਸ ਵਹਿਸ਼ਿਆਨਾ ਹਰਕਤ ਨਾਲ ਅੰਗਰੇਜ਼ ਹਕੂਮਤ ਦੀ ਦੁਨੀਆ ਭਰ ਵਿੱਚ ਬਦਨਾਮੀ ਹੋਈ। ਭਾਰਤੀਆਂ ਵਿੱਚ ਸ਼ਰੋਸ ਦੀ ਅਗਨੀ ਹੋਰ ਪ੍ਰਜਵਲਿਤ ਹੋ ਗਈ। ਆਜ਼ਾਦੀ ਦੇ ਪਰਵਾਨਿਆਂ ਨੇ ਭਾਰਤ ਵੱਲ ਵਹੀਰਾਂ ਕੱਤਣੀਆਂ ਸ਼ੁਰੂ ਕਰ ਦਿੱਤੀਆਂ। ਬੀਬੀ ਗੁਲਾਬ ਕੌਰ ਵਰਗੀਆਂ ਵੀਰੰਗਨਾਵਾਂ ਨੇ ਮੁਰਦਾ ਦਿਲਾਂ ਵਿੱਚ ਆਜ਼ਾਦੀ ਦੀ ਰੂਹ ਫੂਕ ਦਿੱਤੀ। ਅੱਜ ਦੇਸਾਂ ਪ੍ਰਦੇਸਾਂ ਵਿੱਚ ਸਾਡੀ ਇੱਜ਼ਤ ਕਿਉਂ ਰੋਲੀ ਜਾ ਰਹੀ ਹੈ? ਸਿਰਫ ਇਸ ਲਈ ਕਿ ਅਸੀਂ ਗੁਲਾਮ ਹਾਂ। ਕਾਮਾਗਾਟਾ ਮਾਰੂ ਵਾਲਾ ਕਾਂਡ ਕਿਉਂ ਵਾਪਰਿਆ? ਕਿਵੇਂ ਵਾਪਰਿਆ? ਕਿਵੇਂ ਵੈਨਕੂਵਰ ਦੇ ਤੱਟ ਤੇ ਸਾਡੀਆਂ ਪੱਗਾਂ ਧੌਲ ਮਾਰ ਕੇ ਲਾਈਆਂ ਗਈਆਂ? ਕੁਝ ਚੇਤਾ ਹੈ ਕਿ ਨਹੀਂ? ਅੱਜ ਘਾਟ ਤੇ ਖੜਾ ਇਹ ਜਹਾਜ਼ ਸਾਨੂੰ ਆਜ਼ਾਦੀ ਤੱਕ ਪਹੁੰਚਾਉਣ ਲਈ ਆਇਆ ਹੈ। ਜੋ ਕਾਇਰ ਆਪਣੀ ਆਜ਼ਾਦੀ ਲਈ ਲੜਨ ਤੋਂ ਪਿਛਾਂ ਹਟਦਾ ਹੈ, ਉਹ ਚੂੜੀਆਂ ਪਾ ਕੇ ਇੱਥੇ ਘਾਟ ਤੇ ਹੀ ਬੈਠਾ ਰਹੇ। ਅਸੀਂ ਔਰਤਾਂ ਲੜਾਂਗੀਆਂ,
ਹਾਂ ਅਸੀਂ ਮਾਈ ਭਾਗੋ ਦੀਆਂ ਭੈਣਾਂ ਤੇ ਰਾਣੀ ਝਾਂਸੀ ਦੀਆਂ ਸਹੇਲੀਆਂ, ਹਾਂ ਅਸੀਂ ਲੜਾਂਗੀਆਂ। ਸਨ 1914 ਵਿੱਚ ਅੰਗਰੇਜ਼ਾਂ ਦੀ ਜਰਮਨ ਖਿਲਾਫ ਲੜਾਈ ਦਾ ਐਲਾਨ ਹੋ ਗਿਆ। ਗਦਰ ਪਾਰਟੀ ਦੇ ਵਿਦੇਸ਼ਾਂ ਵਿੱਚ ਬੈਠੇ ਕਾਰਕੁਨ ਭਾਰਤ ਜਾਣ ਲਈ ਇਕੱਠੇ ਹੋ ਗਏ। ਕੈਨੇਡਾ, ਅਮਰੀਕਾ, ਫਿਲੀਪਾਈਨ, ਜਾਪਾਨ, ਸਿੰਗਾਪੁਰ, ਹਾਂਗਕਾਂਗ ਆਦਿ ਦੇਸ਼ਾਂ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਗਦਰੀ ਭਾਰਤ ਵੱਲ ਚੱਲ ਪਏ। 2 ਸਾਲਾਂ ਵਿੱਚ 8000 ਤੋਂ ਵੀ ਵੱਧ ਗਦਰੀ ਗਦਰ ਦੀਆਂ ਗੂੰਜਾਂ ਗਾਉਂਦੇ ਭਾਰਤ ਵਿੱਚ ਇਕੱਠੇ ਹੋ ਗਏ। ਇਹਨਾਂ ਵਿੱਚ ਹਿੰਦੂ, ਮੁਸਲਿਮ, ਸਿੱਖ ਸਭਨਾਂ ਨੇ ਰਲ ਕੇ ਹਿੱਸਾ ਲਿਆ। ਭਾਰਤ ਆ ਕੇ ਗਦਰ ਪਾਰਟੀ ਨੂੰ ਸੰਗਠਿਤ ਕਰਨ ਦਾ ਕੰਮ ਕਰਤਾਰ ਸਿੰਘ ਸਰਾਭਾ ਨੇ ਸੰਭਿਆ। ਗਦਰ ਪਾਰਟੀ ਨੇ ਨਵੰਬਰ 1914 ਵਿੱਚ ਗਦਰ ਕਰਨ ਦੇ 3 ਯਤਨ ਕੀਤੇ, ਪਰ ਸਰਕਾਰੀ ਜਸੂਸਾਂ ਤੇ ਘਰ ਦੇ ਪੇਤੀਆਂ ਨੇ ਗਦਰ ਦੀ ਵੱਡੀ ਸਕੀਮ ਫੇਲ ਕਰ ਦਿੱਤੀ। ਗਦਰੀ ਫੜੇ ਗਏ, ਜੇਲ੍ਹਾਂ ਵਿੱਚ ਭੇਜ ਦਿੱਤੇ ਗਏ। ਪਹਿਲਾ ਲਾਹੌਰ ਸਾਜ਼ਿਸ਼ ਕੇਸ 26 ਅਪ੍ਰੈਲ 1915 ਨੂੰ ਚੱਲਿਆ, ਜਿਸ ਦਾ ਫੈਸਲਾ 13 ਸਤੰਬਰ 1915 ਨੂੰ ਸੁਣਾਇਆ ਗਿਆ। 17 ਗਦਰੀਆਂ ਨੂੰ ਉਮਰ ਕੈਦ ਅਤੇ 7 ਆਜ਼ਾਦੀ ਪਰਵਾਨਿਆਂ ਨੂੰ ਸਜ਼ਾਏ ਮੌਤ ਦਾ ਹੁਕਮ ਹੋਇਆ। ਫਾਂਸੀ ਲੱਗਣ ਵਾਲੇ 7 ਜਣੇ ਸਨ: ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸੁਰ ਸਿੰਘ, ਹਰਨਾਮ ਸਿੰਘ ਸਿਆਲਕੋਟੀ, ਬਖਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ ਅਤੇ ਸੁਰੈਣ ਸਿੰਘ ਛੋਟਾ। ਸਰਾਭਾ ਆਪ ਇੱਕ ਸੁਲਝਿਆ ਸ਼ਾਇਰ ਸੀ। ਗਦਰ ਪਾਰਟੀ ਦਾ 2 ਤਲਵਾਰਾਂ ਵਾਲਾ 3 ਰੰਗਾ ਝੰਡਾ ਵੀ ਕਰਤਾਰ ਸਿੰਘ ਸਰਾਭਾ ਦਾ ਡਿਜ਼ਾਈਨ ਕੀਤਾ ਹੋਇਆ ਸੀ। ਸਿਰਫ 19 ਸਾਲ ਦੀ ਉਮਰ ਵਿੱਚ 16 ਨਵੰਬਰ 1915 ਨੂੰ ਫਾਂਸੀ ਦੇ ਰੱਸੇ ਨੂੰ ਹੱਸ-ਹੱਸ ਕੇ ਚੁੰਮਣ ਵਾਲਾ ਇਹ ਅਣਖੀਲਾ ਨੌਜਵਾਨ ਦੇਸ਼ ਸੇਵਕ ਸਦੀਆਂ ਤੱਕ ਗਦਰ